कलकत्ता शहर दे विच बहुत सारे इस किस्म के महल्ले सी जिथे कई महीने पुलिस दाखिल नहीं हो सकी। उत्थे उन्होंने बाजार चों निकलदियां जिहड़ियां गलियां सी उत्थे लिख के लाया हुंदा सी कि इस तो अगे आज़ाद इलाका शुरू हुंदा है, इस करके इत्थे कोई सरकारी फोर्स या सरकारी जणी अफसर अंदर बढ़ने की हिम्मत ना करे। नारा सी जो ज़मीन को जोते बोए वही ज़मीन का मालिक होए, यानी जिहड़ा ज़मीन नूं वाहुंदा बीजदा है, जिन्हों पंजाबी च रिवाज किया गया कि ज़मीन हल वाहकदी। जिथे पंजाब च पहला ज़मीनी कब्जा नक्सलवाड़ी लहर की तर्ज पर किया गया एक गैर हाजिर जगीरदार की जमीन से, उहदे तो खतरे की घंटी नूं समझ लिया पंजाब की सरकार ने भी ये पंजाब शुरू हो। किसान सभा के जिहड़े नेता सी उन्होंने कहा कि कोई कम्युनिस्ट सरकार, कोई लोक पक्की सरकार आपदे लोगों ते गोली नहीं चला सकती। अच्छा, कम्युनिस्ट सरकार ने ही आम लोगों ते गोली चलाई। हाँ, फिर इहनूं कुचलण दे लई जनता 'च डर फैलाउण लई यही तरीका चुनिया कि जिहड़े कोई नक्सलवाड़ी लहर के कारकुन सी जां समर्थक सी उन्हां नूं घरां तो चक्किया ते बड़े बुरे तरीके नाल तसीहे दे के झूठे पुलिस मुकाबलिਆਂ ਦੇ ਵਿੱਚ ਉਹਨਾਂ ਨੂੰ ਜਿਹੜੀ ਮਾਰ ਮੁਕਾਇਆ। किसने सोचा सी दार्जिलिंग ਦੇ ਇੱਕ ਮਾਮੂਲੀ किसान ਦੀ ਵੱਟ ਤੇ ਬੈਠੀ ਸੋਚੀ ਸਕੀਮ ਇੱਕ ਯੁੱਗ ਬਣ ਜਾਵੇਗੀ। ਇਸ ਤਰ੍ਹਾਂ ਗੁਰਦੀਪ ਗਰੇਵਾਲ ਵੱਲੋਂ ਨਕਸਲਵਾੜੀ ਲਹਿਰ ਦੇ ਸੰਦਰਭ ਵਿੱਚ ਲਿਖੀਆਂ ਗਈਆਂ ਸੀਗੀਆਂ। ਨਕਸਲਵਾੜੀ ਪੱਛਮੀ ਬੰਗਾਲ ਦਾ ਇੱਕ ਛੋਟਾ ਜਿਹਾ ਪਿੰਡ ਜਿੱਥੋਂ ਕਿ ਇੱਕ ਲਹਿਰ ਉੱਠੀ, ਕਿਸਾਨ ਲਹਿਰ ਉੱਠੀ ਔਰ ਪੂਰੇ ਦੇਸ਼ ਦੇ ਵਿੱਚ ਇੱਕ ਰਾਜਨੀਤਿਕ ਲਹਿਰ ਬਣ ਕੇ ਅੱਗ ਵਾਂਗ ਫੈਲ ਗਈ। ਉਸ ਦਾ ਪ੍ਰਭਾਵ ਪੰਜਾਬ ਤੇ ਵੀ ਪਿਆ ਔਰ ਪੂਰੇ ਦੇਸ਼ ਦੀ ਸਿਰਫ ਰਾਜਨੀਤੀ ਤੇ ਹੀ ਨਹੀਂ, ਸਾਹਿਤ ਤੇ, ਕਲਾ ਤੇ, ਹਰ ਤਰ੍ਹਾਂ ਦੇ ਫੀਲਡ ਤੇ ਉਸ ਲਹਿਰ ਦਾ ਪ੍ਰਭਾਵ ਪਿਆ। ਇਸ ਵਾਰ ਉਸ ਲਹਿਰ ਨੂੰ 55 ਸਾਲ ਹੋ ਚੁੱਕੇ ਨੇ। 25 ਮਈ ਦੇ ਦਿਨ ਇਸ ਲਹਿਰ ਦੇ 55 ਸਾਲ ਪੂਰੇ ਹੋ ਰਹੇ ਨੇ। ਇਸ ਲਹਿਰ ਦਾ ਉੱਠਣ ਦੇ ਕਾਰਨ ਕੀ ਸੀਗੇ, ਇਹਦਾ ਕੀ ਪ੍ਰਭਾਵ ਪਿਆ ਤੇ ਅੱਜ ਦੇ ਦੌਰ ਦੇ ਵਿੱਚ ਜਦੋਂ ਸਾਡੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀਆਂ ਤਾਕਤਾਂ ਦਾ ਬੋਲਬਾਲਾ ਜਿਹੜੀਆਂ ਕਿ ਜਿਨ੍ਹਾਂ ਨੂੰ ਫਾਸ਼ੀਵਾਦੀ ਤਾਕਤਾਂ ਕਹਿੰਦੇ ਨੇ, ਅੱਜ ਦੇ ਦੌਰ ਦੇ ਵਿੱਚ ਉਸ ਲਹਿਰ ਦੀ ਕੀ ਪ੍ਰਸੰਗਿਕਤਾ, ਇਸ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਸੁਖਦਰਸ਼ਨ ਨੱਤ ਜੀ, CPIML ਲਿਬਰੇਸ਼ਨ ਤੋਂ। ਸਵਾਗਤ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਜਿਵੇਂ ਆਪਾਂ ਗੱਲ ਇੱਥੋਂ ਸ਼ੁਰੂ ਕਰਦੇ ਹਾਂ ਕਿ ਜੀ ਇਹ ਲਹਿਰ ਦੇ ਉੱਠਣ ਦੇ ਕਾਰਨ ਕੀ ਸੀ? ਨਕਸਲਵਾੜੀ ਲਹਿਰ ਜਿਹਦੀ ਕਿ ਇੱਕ ਅੱਗ ਦੇ ਵਾਂਗ ਪੂਰੇ ਦੇਸ਼ ਦੇ ਵਿੱਚ ਫੈਲ ਗਈ, ਇਹ ਕਿਵੇਂ ਉੱਠੀ ਤੇ ਇਹਦੇ ਕੀ ਪ੍ਰਭਾਵ ਪਏ ਪੂਰੇ ਦੇਸ਼ ਤੇ? ਇਹਦੇ ਦੋ ਤਿੰਨ ਕਾਰਨ ਮੁੱਖ ਤੌਰ ਤੇ ਹੈ। ਇੱਕ ਤਾਂ ਉਸ ਮੌਕੇ ਵੀ ਜਿਹੜਾ ਦੁਨੀਆ 'ਚ ਆਰਥਿਕ ਸੰਕਟ ਕਾਫੀ ਜ਼ਿਆਦਾ ਗਹਿਰਾ ਸੀ ਤੇ ਉਹਦੇ ਆਰਥਿਕ ਸੰਕਟ ਦੇ ਪ੍ਰਤੀਕਰਮ 'ਚ ਜਾਂ ਜਵਾਬ 'ਚ ਬਹੁਤ ਸਾਰੇ ਥਾਵਾਂ ਤੇ ਇਨਕਲਾਬੀ ਉਭਾਰ ਉੱਠੇ ਸੀ, ਜਿਨ੍ਹਾਂ 'ਚ ਲੰਕਾ ਵੀ ਸੀ, ਫਰਾਂਸ ਵੀ ਸੀ, ਕਈ ਥਾਵਾਂ ਤੇ ਸੀ ਤੇ ਇੰਡੀਆ 'ਚ ਵੀ ਉਸੇ ਦੌਰ 'ਚ ਇਸ ਕਿਸਮ ਦੀ ਇੱਕ ਜਗੀਰਦਾਰੀ ਵਿਰੋਧੀ ਕਿਸਾਨ ਲਹਿਰ ਉੱਠੀ, ਜਿਹੜੀ ਜਣੀ ਇਹ ਕਹਿ ਲਓ ਕਿ ਜਿਹੜੀ ਖੜੋਤ ਸੀ ਸਮਾਜ ਦੇ ਵਿੱਚ ਉਹਨੂੰ ਤੋੜ ਕੇ ਕਿਸਾਨਾਂ ਨੇ ਇਕੱਲਾ ਜ਼ਮੀਨ ਦੇ ਸਵਾਲ ਤੱਕ ਸੀਮਤ ਨਾ ਰਹੇ। ਉਹਨਾਂ ਨੇ ਇਹ ਵੀ ਸੁਪਨਾ ਲਿਆ ਕਿ ਦੇਸ਼ ਦੇ ਵਿੱਚੋਂ ਦਲਾਲਾਂ ਦਾ, ਸਰਮਾਏਦਾਰਾਂ ਦਾ, ਜਗੀਰਦਾਰਾਂ ਦਾ ਰਾਜ ਖਤਮ ਕਰਕੇ ਕਾਮਿਆਂ ਤੇ ਕਿਸਾਨਾਂ ਦਾ ਆਪਣਾ ਰਾਜ ਅਸੀਂ ਕਾਇਮ ਕਰਾਂਗੇ। ਇਹਦੀ ਸ਼ੁਰੂਆਤ ਜਿਵੇਂ ਤੁਸੀਂ ਦੱਸਿਆ ਨਕਸਲਵਾੜੀ ਤੋਂ ਹੋਈ। ਚਾਰੂ ਮਜੂਮਦਾਰ ਜਿਹੜੇ ਦਾਰਜੀਲਿੰਗ ਦੇ ਕਿਸਾਨ ਸਭਾ ਦੇ ਵੀ ਤੇ CPM ਦੇ ਵੀ ਆਗੂ ਸੀ, ਉਹਨਾਂ ਦੇ ਨਾਲ ਕਾਹਨੂੰ ਸਨਿਆਲ, ਜੰਗਲ ਸੰਥਾਲ, ਹੋਰ ਇਸ ਕਿਸਮ ਦੇ ਉਸ ਮੌਕੇ ਤੇ ਜਿਹੜੇ ਉੱਥੋਂ ਦੇ ਕਾਮਰੇਡ ਸੀ, ਉਹਨਾਂ ਨੇ ਕਿਸਾਨਾਂ ਦੀ ਜਗੀਰਦਾਰੀ ਦੇ ਖਿਲਾਫ ਅਗਵਾਈ ਕੀਤੀ ਘੋਲ ਦੇ ਵਿੱਚ ਕਿ ਨਾਰਾ ਸੀ ਜੋ ਜ਼ਮੀਨ ਕੋ जोते बोए वही जमीन का मालिक होए, यानी जिहड़ा जमीन नूं वाहुंदा बीजदा है, जिन्हों पंजाबी च रिवाज किया गया कि जमीन हल वाहकदी। तां उन्हां ने इनकार किया कि असीं जिहड़ियां बटाईदारी नहीं देनी जां फसल दा अध तो वड्डा हिस्सा जगीरदारां नूं नहीं देना। तां जगीरदारां ने जबरी वो हिस्सा चक्कण की कोशिश की खेतों चों, उन्होंने लैके टकराव होए। उस टकराव दे विच मजारे किसानां दे हत्थों जगीरदार एक मारिया गया। पुलिस उन्होंने फड़न गई। उस वेले CPM की केरल जी बंगाल कांग्रेस के एक ग्रुप नाल सांझी सरकार सी बंगाल दे विच, ते
ਜਿਹੜਾ ਕਿਸਾਨ ਸਭਾ ਦਾ ਲੀਡਰ ਸੀ ਹਰੇ ਕ੍ਰਿਸ਼ਨ ਕਨਾਰ, ਉਹੀ ਖੇਤੀ ਮੰਤਰੀ ਵੀ ਸੀ ਸੂਬੇ ਦਾ। ਜੋਤੀ ਬਸੂ ਉਸ ਵੇਲੇ ਗ੍ਰਹਿ ਮੰਤਰੀ ਸੀ। ਤਾਂ ਉਸ ਪੁਲਿਸ ਦੀ ਲੋਕਾਂ ਦੇ ਨਾਲ ਟਕਰਾਅ ਹੋਇਆ ਕਿ ਅਸੀਂ ਨਹੀਂ ਫੜਨ ਦੇਣਾ, ਕਿਉਂਕਿ ਹਮਲਾ ਜਗੀਰਦਾਰਾਂ ਦੇ ਗੁੰਡਿਆਂ ਨੇ ਕੀਤਾ, ਅਸੀਂ ਨਹੀਂ ਸੀ ਕੀਤਾ। ਤਾਂ ਪੁਲਿਸ ਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਉੱਥੇ ਟਕਰਾਅ ਹੋ ਗਿਆ। ਉਸ ਟਕਰਾਅ ਦੇ ਵਿੱਚ 25 ਮਈ 1967 ਨੂੰ ਜਿਹੜੀ ਫਾਇਰਿੰਗ ਕੀਤੀ ਪੁਲਿਸ ਨੇ, ਉਹਦੇ 'ਚ 11 ਦੇ ਕਰੀਬ ਆਦਮੀ, ਔਰਤਾਂ ਤੇ ਕੁਝ ਬੱਚੇ ਵੀ ਪੁਲਿਸ ਗੋਲੀ ਦਾ ਸ਼ਿਕਾਰ ਹੋ ਕੇ ਮਾਰੇ ਗਏ। ਉੱਥੋਂ ਇਹ ਲਹਿਰ ਫੁੱਟੀ, ਕਿਉਂਕਿ ਕਿਸਾਨ ਸਭਾ ਦੇ ਜਿਹੜੇ ਨੇਤਾ ਸੀ ਉਹਨਾਂ ਨੇ ਕਿਹਾ ਕਿ ਕੋਈ ਕਮਿਊਨਿਸਟ ਸਰਕਾਰ, ਕੋਈ ਲੋਕ ਪੱਖੀ ਸਰਕਾਰ ਆਪਦੇ ਲੋਕਾਂ ਤੇ ਗੋਲੀ ਨਹੀਂ ਚਲਾ ਸਕਦੀ। ਅੱਛਾ, ਕਮਿਊਨਿਸਟ ਸਰਕਾਰ ਨੇ ਹੀ ਆਮ ਲੋਕਾਂ ਤੇ ਗੋਲੀ ਚਲਾਈ ਉਸ? ਹਾਂ, ਇਕੱਲੇ ਕਮਿਊਨਿਸਟਾਂ ਦੀ ਨਹੀਂ, ਪਰ ਇੱਕ ਕਿਸਮ ਦੀ ਸਾਂਝੀ ਸਰਕਾਰ ਸੀ ਜਿਹਦੇ 'ਚ ਮੁੱਖ ਮੰਤਰੀ ਚਾਹੇ ਬੰਗਾਲ ਕਾਂਗਰਸ ਦਾ ਸੀ, ਪਰ ਇੰਪੋਰਟੈਂਟ ਕਈ ਵਜ਼ਾਰਤਾਂ ਕਮਿਊਨਿਸਟਾਂ ਕੋਲੇ ਸੀ, CPM ਦੇ ਆਗੂਆਂ ਕੋਲੇ ਸੀ। ਉਹਦੇ ਖਿਲਾਫ ਜਾਣੀ ਮਤਲਬ ਫਿਰ ਇਹ ਲਹਿਰ ਉੱਠੀ ਤਾਂ ਬੰਗਾਲ ਦੇ ਵਿੱਚ ਫੈਲੀ, ਤੇ ਉਦੋਂ ਬਾਅਦ ਹੌਲੀ ਹੌਲੀ ਫਿਰ ਉਹ ਬੰਗਾਲ ਤੱਕ ਸੀਮਤ ਨਾ ਰਹੀ, ਫਿਰ ਉਹ ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਫੈਲੀ। ਤੇ CPM 'ਚੋਂ ਵੱਡੀ ਗਿਣਤੀ 'ਚ ਜਿਹੜੇ ਕਾਮਰੇਡ ਸੀ ਉਹਨਾਂ ਨੇ ਇਸ ਬਾਗੀ ਲਹਿਰ ਦਾ ਸਾਥ ਦਿੱਤਾ, CPM ਛੱਡੀ। ਇਹ ਲਹਿਰ ਉਸ ਪਿੰਡ ਦੇ ਵਿੱਚ ਉੱਠੀ, ਹਾਂਜੀ। ਬਾਕੀ ਦੇਸ਼ ਦੇ ਵਿੱਚ ਇਹਦੇ ਫੈਲਣ ਦੇ ਕੀ ਕਾਰਨ ਰਹੇ ਕਿ ਬਾਕੀ ਥਾਵਾਂ ਤੋਂ ਇੰਨੀ ਇਹਨੂੰ ਸਪੋਰਟ ਕਿਉਂ ਮਿਲੀ? ਖਾਸ ਕਰਕੇ ਪੰਜਾਬ ਵਿੱਚੋਂ ਵੀ ਆਪਾਂ ਵੇਖਦੇ ਹਾਂ ਕਿ ਬਹੁਤ ਸਾਰੇ ਬੁੱਧੀਜੀਵੀ, ਬਹੁਤ ਸਾਰੇ ਚਿੰਤਕ, ਲੇਖਕ, ਸਮਾਜਿਕ, ਰਾਜਨੀਤਿਕ ਕਾਰਕੁਨ ਇਹਦੇ ਵਿੱਚੋਂ ਨਿਕਲੇ, ਔਰ ਉਹਦੇ ਕੀ ਕਾਰਨ ਸੀ? ਉਹਦਾ ਕਾਰਨ ਦੇਖੋ, ਇੱਕ ਤਾਂ ਇਹ ਹੈ ਵੀ ਕਈ ਤਰੀਕਿਆਂ ਨਾਲ ਜਾਂ ਕਈ ਕਿਸਮ ਦੇ ਇਲਾਕਿਆਂ 'ਚ ਇਹ ਲਹਿਰ ਫੈਲੀ। ਕੁਛ ਇਲਾਕੇ ਸੀ ਜਿਹੜੇ ਜਣੀ ਨਕਸਲਵਾੜੀ ਜਾਂ ਦਾਰਜੀਲਿੰਗ ਜ਼ਿਲ੍ਹੇ ਵਾਂਗੀ, ਇਹ ਕਹਿ ਲਓ ਵੀ ਜਿੱਥੇ ਹਲੇ ਤੱਕ ਵੀ ਬਟਾਈਦਾਰੀ ਸਿਸਟਮ ਤੇ ਜਗੀਰਦਾਰੀ ਸਿਸਟਮ ਜ਼ਾਲਮ ਢੰਗ ਨਾਲ ਆਪਰੇਟ ਕਰਦਾ ਸੀ, ਉੱਥੇ ਤਾਂ ਮਜ਼ਾਰਾ ਕਿਸਾਨਾਂ ਦੀ ਲਹਿਰ ਹੀ ਬਣੀ। ਇਹ ਬਾਅਦ ਦੇ ਵਿੱਚ ਬਿਹਾਰ ਦਾ ਵੀ ਭੋਜਪੁਰ ਜ਼ਿਲ੍ਹਾ ਉਹਨਾਂ 'ਚ ਹੈ, ਸ਼੍ਰੀ ਕਾਕੂਲਮ ਹੈ, ਆਂਧਰਾ ਦਾ ਇਲਾਕਾ ਹੈ, ਉੜੀਸਾ ਦਾ ਇਲਾਕਾ ਹੈ, ਇੱਥੇ ਤਾਂ ਇਸ ਕਿਸਮ ਦਾ ਸੀ। ਪਰ ਨਾਲ ਦੀ ਨਾਲ ਜਿਵੇਂ ਮੈਂ ਪਹਿਲਾਂ ਕਿਹਾ ਵੀ ਇਹ ਇੱਕ ਸਮਾਜ ਦੇ ਵਿੱਚ ਚੌਤਰਫਾ ਸੰਕਟ ਸੀ, ਬੇਰੁਜ਼ਗਾਰੀ ਸਿਖਰਾਂ ਤੇ ਸੀ, ਗਰੀਬੀ ਸੀ। ਉਸ ਕਿਸਮ ਦੇ ਮਾਹੌਲ ਦੇ ਵਿੱਚ ਲੋਕਾਂ ਨੂੰ ਕਿਸੇ ਬਦਲ ਦੀ ਇੱਕ ਕਿਸਮ ਦੀ ਉਡੀਕ ਸੀ ਕਿ ਕੋਈ ਇਸ ਕਿਸਮ ਦਾ ਬਦਲ ਉੱਭਰੇ ਜਿਹੜਾ ਇਸ ਭ੍ਰਿਸ਼ਟ ਤੇ ਸਰਮਾਏਦਾਰ ਸਿਸਟਮ ਦਾ, ਇਹ ਕਹਿ ਲਓ ਇਹਨੂੰ ਲਾ ਕੇ ਇੱਥੇ ਕੋਈ ਦੇਸ਼ ਦੇ ਵਿੱਚ ਜਿਹੜਾ ਆਜ਼ਾਦੀ ਦੇ ਦੌਰ 'ਚ ਸੁਪਨੇ ਲਏ ਸੀ ਲੋਕਾਂ ਨੇ ਕਿ ਆਜ਼ਾਦ ਹੋਣ ਤੋਂ ਬਾਅਦ ਦੇਸ਼ ਬਰਾਬਰੀ, ਖੁਸ਼ਹਾਲੀ, ਇਸ ਕਿਸਮ ਦੇ ਜਿਹੜੀ ਨਵੀਆਂ ਨੀਹਾਂ ਦੇ ਉੱਤੇ ਉਸਰੂਗਾ, ਉਸ ਸੁਪਨੇ ਨੂੰ ਪੂਰਾ ਕਰ ਸਕੇ। ਪੜ੍ਹੇ ਲਿਖੇ ਵਰਗ, ਬੁੱਧੀਜੀਵੀ ਵਰਗ, ਵਿਦਿਆਰਥੀ, ਨੌਜਵਾਨ, ਉਹ ਇਸ ਕਰਕੇ ਕੁੱਦੇ, ਕਿਉਂਕਿ ਇਨਕਲਾਬੀ ਅੰਦੋਲਨਾਂ ਦਾ ਇੱਕ ਖਾਸਾ ਹੁੰਦਾ ਹੈ ਕਿ ਉਹ ਆਰਥਿਕਤਾ ਦੇ ਦਾਇਰੇ ਦੇ ਵਿੱਚ ਕੈਦ ਨਹੀਂ ਹੁੰਦੇ। ਉਹ ਸਿਰਫ ਕੋਈ ਆਪਣੀ ਜ਼ਮੀਨ ਦਾ ਮਸਲਾ ਨਹੀਂ ਸੀ ਬਾਕੀ ਥਾਵਾਂ ਤੇ। ਬਿਲਕੁਲ, ਮੈਂ ਇਹੀ ਪੁੱਛਣਾ ਚਾਹੁੰਦਾ ਸੀ ਵੀ ਪੰਜਾਬ ਦੇ ਨੌਜਵਾਨਾਂ ਨੇ ਇਸ ਲਹਿਰ ਨੂੰ ਕਿਸ ਤਰ੍ਹਾਂ ਦਾ ਹੰਗਾਰਾ ਦਿੱਤਾ? ਪੰਜਾਬ ਦੇ ਨੌਜਵਾਨਾਂ ਦੇ ਵੱਲੋਂ ਇਸ ਲਹਿਰ ਨੂੰ ਵੱਡਾ ਹੰਗਾਰਾ ਮਿਲਿਆ, ਕਿਉਂਕਿ ਪੰਜਾਬ ਇਨਕਲਾਬੀ ਅੰਦੋਲਨਾਂ ਦੀ ਜਰਖੇਜ਼ ਧਰਤੀ ਰਹੀ ਆ ਪਹਿਲਾਂ ਤੋਂ। ਜਦੋਂ ਉਹਨਾਂ ਨੂੰ ਲੱਗਿਆ ਕਿ ਭ੍ਰਿਸ਼ਟ ਸਿਸਟਮ ਦੇ ਖਿਲਾਫ ਇਹ ਇੱਕ ਇਨਕਲਾਬੀ ਲਹਿਰ ਹੈ ਜਿਹੜੀ ਦੇਸ਼ ਨੂੰ ਬਦਲ ਸਕਦੀ ਹੈ, ਤਾਂ ਉਹ ਜਿਹੜੀ ਮਤਲਬ ਜੀ ਜਾਨ ਨਾਲ ਆਪਣੀਆਂ ਜਿਹੜੀਆਂ ਪੜ੍ਹਾਈਆਂ ਛੱਡ ਕੇ, ਆਪਣੀਆਂ ਨੌਕਰੀਆਂ ਛੱਡ ਕੇ ਇਹਦੇ 'ਚ ਵੱਡੀ ਪੱਧਰ ਤੇ ਕੁੱਦੇ। ਉਹਦੇ 'ਚ ਉਹਨਾਂ ਦਾ ਕੋਈ ਨਿੱਜੀ ਸਵਾਰਥ ਨਹੀਂ ਸੀ, ਉਹਨਾਂ 'ਚੋਂ ਕਿਸੇ ਨੇ ਜ਼ਮੀਨ ਨਹੀਂ ਸੀ ਲੈਣੀ, ਕਿਸੇ ਨੇ ਜਾਣੀ ਮਤਲਬ ਕੋਈ ਹੋਰ ਆਪਦਾ ਆਰਥਿਕ ਮਾਮਲਾ ਹੱਲ ਨਹੀਂ ਸੀ ਕਰਾਉਣਾ, ਪਰ ਉਹ ਨਰੋਲ ਸਮਾਜਿਕ ਤੇ ਰਾਜਨੀਤਿਕ ਤਬਦੀਲੀ ਲਿਆਉਣ ਦੇ ਲਈ ਜਾਣੀ ਇਸ ਲੜਾਈ 'ਚ ਕੁੱਦੇ। ਉਹਨਾਂ ਨੇ ਆਪਣੀਆਂ ਜਾਣੀ ਮਤਲਬ 80 ਤੋਂ ਵੱਧ ਨੌਜਵਾਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਵੱਡੀ ਗਿਣਤੀ 'ਚ ਜੇਲ੍ਹਾਂ 'ਚ ਸਿੱਟੇ ਗਏ। ਇਹ ਕਹਿ ਲਓ ਵੀ ਉਹਨਾਂ ਦਾ ਆਪਣਾ ਨਿੱਜੀ ਕੈਰੀਅਰ ਚਾਹੇ ਮਤਲਬ ਮੰਨ ਲਓ ਕਹਿ ਲਓ ਵੀ ਬਰਬਾਦ ਹੋਇਆ, ਪਰ ਉਹ ਇਨਕਲਾਬੀ ਲਹਿਰ ਦੇ ਲੇਖੇ ਲੱਗੇ ਤੇ ਉਹਨਾਂ ਨੇ ਉਸ ਭਾਵਨਾ ਨੂੰ ਜਿਹੜੀ ਆਜ਼ਾਦੀ ਅੰਦੋਲਨ ਦੇ ਵਿੱਚ ਉੱਭਰੀ ਸੀ ਲੋਕਾਂ 'ਚ ਦੁਬਾਰੇ ਜਗਾਇਆ ਸਮਾਜ। ਅੱਛਾ, ਤੁਸੀਂ ਕਹਿ ਰਹੇ ਹੋ ਵੀ 80 ਦੇ ਕਰੀਬ ਪੰਜਾਬ ਦੇ ਨੌਜਵਾਨਾਂ ਨੇ ਇਸ ਲਹਿਰ ਦੇ ਵਿੱਚ ਆਪਣੀ ਜਾਨ ਵੀ ਗਵਾਈ। ਸਰਕਾਰ ਨੇ, ਪੁਲਿਸ ਨੇ ਇਹ ਇਸ ਤਰੀਕੇ ਨਾਲ ਕਿਉਂ ਕੀਤਾ? ਇਸ ਤਰੀਕੇ ਦਾ ਵਰਤਾਰਾ ਕਿਉਂ ਵਰਤਿਆ ਕਿ ਵੀ ਉਹਨਾਂ ਨੂੰ ਇੰਨੀਆਂ ਮਤਲਬ ਕਿ ਇੰਨਾ ਇੱਥੇ ਖੂਨ ਡੁੱਲਿਆ ਪੰਜਾਬ ਦੀ ਧਰਤੀ ਤੇ ਉਹ ਕਿਸ ਤਰੀਕੇ ਨਾਲ ਉਹ ਸਾਰਾ ਕੁਝ ਉਹ ਵੀ ਜ਼ਰੂਰ ਦੱਸੋ। ਹਾਂ, ਉਹ ਸਰਕਾਰ ਇਸੇ ਕਰਕੇ ਇਸ ਪਾਸੇ ਵੱਲ ਗਈ ਕਿਉਂਕਿ ਇਹ ਖਬਰਾਂ ਦੂਜਿਆਂ ਸੂਬਿਆਂ ਤੋਂ ਪਹਿਲਾਂ ਹੀ ਆਉਂਦੀਆਂ ਸੀ ਕਿ ਕੁਝ ਥਾਵਾਂ ਤੇ ਲਹਿਰ ਬਹੁਤ ਵਿਆਪਕ ਰੂਪ 'ਚ ਫੈਲ ਗਈ ਸੀ
ਜਿਵੇਂ ਖਾਸ ਤੌਰ ਤੇ ਮੈਂ ਦੱਸਣਾ ਚਾਹੁੰਦਾ ਕਿ ਬੰਗਾਲ 'ਚ ਈਵਨ ਪੇਂਡੂ ਇਲਾਕੇ 'ਚੋਂ ਸ਼ੁਰੂ ਹੋ ਕੇ ਉਹ ਲਹਿਰ ਕਲਕੱਤਾ 'ਚ ਆਉਂਦੀ ਨੌਜਵਾਨਾਂ ਦੀ ਲਹਿਰ ਬਣ ਗਈ ਸੀ। ਤੇ ਕਲਕੱਤਾ ਸ਼ਹਿਰ ਦੇ ਵਿੱਚ ਬਹੁਤ ਸਾਰੇ ਇਸ ਕਿਸਮ ਦੇ ਮੁਹੱਲੇ ਸੀ ਜਿੱਥੇ ਕਈ ਮਹੀਨੇ ਪੁਲਿਸ ਦਾਖਲ ਨਹੀਂ ਹੋ ਸਕੀ। ਉੱਥੇ ਉਹਨਾਂ ਨੇ ਬਾਜ਼ਾਰ 'ਚੋਂ ਨਿਕਲਦੀਆਂ ਜਿਹੜੀਆਂ ਗਲੀਆਂ ਸੀ ਉੱਥੇ ਲਿਖ ਕੇ ਲਾਇਆ ਹੁੰਦਾ ਸੀ ਕਿ ਇਸ ਤੋਂ ਅੱਗੇ ਆਜ਼ਾਦ ਇਲਾਕਾ ਸ਼ੁਰੂ ਹੁੰਦਾ ਹੈ, ਇਸ ਕਰਕੇ ਇੱਥੇ ਕੋਈ ਸਰਕਾਰੀ ਫੋਰਸ ਜਾਂ ਸਰਕਾਰੀ ਜਣੀ ਅਫਸਰ ਅੰਦਰ ਵੜਨ ਦੀ ਇਹ ਕਹਿ ਲਓ ਹਿੰਮਤ ਨਾ ਕਰੇ। ਤਾਂ ਉੱਥੋਂ ਜਿਹੜੀ ਪੰਜਾਬ ਸਰਕਾਰ ਵੀ ਇਸ ਗੱਲੋਂ ਡਰੀ ਸੀ ਕਿ ਜੇ ਲਹਿਰ ਬਹੁਤ ਜ਼ਿਆਦਾ ਫੈਲ ਗਈ ਤੇ ਇਹਨੂੰ ਕਿਸਾਨਾਂ ਦਾ ਤੇ ਜਿਹੜੇ ਪਿੰਡੂ ਗਰੀਬ ਨੇ ਉਹਨਾਂ ਦਾ ਸਮਰਥਨ ਮਿਲ ਗਿਆ ਤੇ ਫਿਰ ਇਹ ਸਾਡੇ ਜਣੀ ਇਹ ਕਹਿ ਲਓ ਕੰਟਰੋਲ ਚੋਂ ਬਾਹਰ ਜਾ ਸਕਦੀ ਹੈ। ਇਸ ਕਰਕੇ ਜਿਹੜਾ ਪਹਿਲੀ ਘਟਨਾ ਸੀ ਮਾਨਸਾ ਜ਼ਿਲ੍ਹੇ ਦਾ ਹੀ ਜਣੀ ਮਤਲਬ ਭੀਖੀ ਦੇ ਨਾਲ ਕਸਬਾ ਸਮਾਉਣ ਦਾ, ਜਿੱਥੋਂ ਦੇ ਕਾਮੜ ਹਾਕਮ ਸਿੰਘ ਸੀ, ਜਿੱਥੇ ਪੰਜਾਬ 'ਚ ਪਹਿਲਾ ਜ਼ਮੀਨੀ ਕਬਜ਼ਾ ਨਕਸਲਵਾੜੀ ਲਹਿਰ ਦੀ ਤਰਜ਼ ਤੇ ਕੀਤਾ ਗਿਆ ਇੱਕ ਗੈਰ ਹਾਜ਼ਰ ਜ਼ਗੀਰਦਾਰ ਦੀ ਜ਼ਮੀਨ ਤੇ। ਉਹਦੇ ਤੋਂ ਖਤਰੇ ਦੀ ਘੰਟੀ ਨੂੰ ਸਮਝ ਲਿਆ ਪੰਜਾਬ ਦੀ ਸਰਕਾਰ ਨੇ ਵੀ ਇਹ ਪੰਜਾਬ 'ਚ ਸ਼ੁਰੂ ਹੋ ਗਈ ਲਹਿਰ। ਤਾਂ ਉਦੋਂ ਛੇਤੀ ਬਾਅਦ ਉਹਨਾਂ ਨੇ ਪੁਲਿਸ ਨੂੰ ਹਦਾਇਤਾਂ ਕੀਤੀਆਂ ਕਿ ਇਹਨੂੰ ਬੇਕਿਰਕੀ ਨਾਲ ਕੁਚਲ ਦਿੱਤਾ ਜਾਵੇ। ਤਾਂ ਪੁਲਿਸ ਨੂੰ ਜਦੋਂ ਹਦਾਇਤਾਂ ਮਿਲਦੀਆਂ ਬੇਕਿਰਕੀ ਨਾਲ ਕੁਚਲਣ ਦੀਆਂ ਤੇ ਪੁਲਿਸ ਦਾ ਉਹੀ ਜ਼ਾਲਮਾਨਾ ਰਵੱਈਆ ਹਰੇਕ ਥਾਂ ਤੇ ਜਿਹੜੀ ਉਹਦੇ 'ਚ ਕੋਈ ਫਰਕ ਨਹੀਂ, ਉਵੇਂ ਹੀ ਹੁੰਦਾ। ਸਾਰੀਆਂ ਇਨਕਲਾਬੀ ਲਹਿਰਾਂ ਜਾਂ ਵੱਡੀਆਂ ਸਰਕਾਰ ਵਿਰੋਧੀ ਲਹਿਰਾਂ ਨਾਲ ਹੁੰਦਾ। ਉਹਨਾਂ ਨੇ ਫਿਰ ਇਹਨੂੰ ਕੁਚਲਣ ਦੇ ਲਈ ਜਨਤਾ 'ਚ ਡਰ ਫੈਲਾਉਣ ਲਈ ਇਹੀ ਤਰੀਕਾ ਚੁਣਿਆ ਕਿ ਜਿਹੜੇ ਕੋਈ ਨਕਸਲਵਾੜੀ ਲਹਿਰ ਦੇ ਕਾਰਕੁਨ ਸੀ ਜਾਂ ਸਮਰਥਕ ਸੀ ਉਹਨਾਂ ਨੂੰ ਘਰਾਂ ਤੋਂ ਚੱਕਿਆ ਤੇ ਬੜੇ ਬੁਰੇ ਤਰੀਕੇ ਨਾਲ ਤਸੀਹੇ ਦੇ ਕੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਉਹਨਾਂ ਨੂੰ ਜਣੀ ਮਾਰ ਮੁਕਾਇਆ। ਅੱਛਾ, ਪੰਜਾਬ ਦੇ ਕਿਹੜੇ ਇਲਾਕੇ 'ਚ ਆਪਾਂ ਜ਼ਿਆਦਾ ਕਹਿ ਸਕਦੇ ਹਾਂ ਕਿ ਇਸ ਲਹਿਰ ਦਾ ਪ੍ਰਭਾਵ ਸੀ ਜਿੱਥੇ ਕਿ ਨੌਜਵਾਨਾਂ ਨੇ ਆਪਣੀ ਜਾਨ ਗਵਾਈ? ਹਾਂ, ਪੰਜਾਬ ਦੇ ਵਿੱਚ ਉਸ ਵੇਲੇ ਮਾਨਸਾ ਬਠਿੰਡਾ ਜ਼ਿਲ੍ਹਾ ਇਕੱਠੇ ਸੀ। ਸਭ ਤੋਂ ਜ਼ਿਆਦਾ ਨੌਜਵਾਨ ਮਾਨਸਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿਹੜਾ ਇੱਕੋ ਜ਼ਿਲ੍ਹਾ ਸੀ ਇਹਦੇ 'ਚੋਂ ਸ਼ਹੀਦ ਕੀਤੇ ਗਏ ਲਹਿਰ 'ਚ। ਸੰਗਰੂਰ ਇਸ ਤੋਂ ਬਾਅਦ ਉਹਦਾ ਨੰਬਰ ਆਉਂਦਾ ਜਿੱਥੇ ਲਹਿਰ ਦੇ ਕਾਫੀ ਡਿਟੇਲ 'ਚ ਜਾਣੀ ਥੱਲੇ ਤੱਕ ਅਸਰ ਸੀ ਲਹਿਰ ਦਾ। ਲੁਧਿਆਣਾ ਜ਼ਿਲ੍ਹਾ, ਉਸ ਤੋਂ ਬਾਅਦ ਜਲੰਧਰ ਜ਼ਿਲ੍ਹਾ, ਅੰਮ੍ਰਿਤਸਰ, ਗੁਰਦਾਸਪੁਰ, ਰੋਪੜ, ਈਵਨ ਪਟਿਆਲਾ, ਜਿਹੜੀ ਕੋਈ ਪੰਜਾਬ ਦੇ ਬਿਰਲੇ ਜ਼ਿਲ੍ਹੇ ਸੀ ਜਿਨ੍ਹਾਂ 'ਚ ਕੋਈ ਇਸ ਕਿਸਮ ਦੀ ਲਹਿਰ ਨੇ ਸਿਰ ਨਾ ਚੱਕਿਆ ਹੋਵੇ। ਨਹੀਂ ਤਾਂ ਇਹਨਾਂ ਸਾਰੇ ਜ਼ਿਲ੍ਹਿਆਂ 'ਚ ਕਾਫੀ ਵੱਡੀ ਪੱਧਰ ਤੇ ਨੌਜਵਾਨਾਂ ਦੇ ਕਤਲ ਕੀਤੇ ਗਏ, ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ। ਜਲੰਧਰ 'ਚ ਤਾਂ ਇੱਥੋਂ ਤੱਕ ਕਿ ਬਾਬਾ ਬੂਜਾ ਸਿੰਘ ਵਰਗੇ ਜਾਣੀ ਪੁਰਾਣੇ ਇਨਕਲਾਬੀ ਨੂੰ ਜਿਹੜਾ ਭਗਤ ਸਿੰਘ ਹੋਰਾਂ ਤੋਂ ਵੀ ਪਹਿਲਾਂ ਦਾ ਗਦਰੀਆਂ ਨਾਲ ਦਾ ਤੁਰਿਆ ਹੋਇਆ ਸੀ, ਆਜ਼ਾਦੀ ਦੀ ਲੜਾਈ ਵਿੱਚ ਆਜ਼ਾਦੀ ਦੀ ਸਾਰੀ ਲੜਾਈ 'ਚ ਸਰਗਰਮ ਰਹੇ, ਅੰਗਰੇਜ਼ਾਂ ਦਾ ਤਸ਼ੱਦਦ ਝੱਲਿਆ। 82 ਸਾਲ ਦੀ ਉਮਰ 'ਚ ਉਹਨਾਂ ਨੂੰ ਵੀ ਜਾਣੀ ਨਕਸਲਾਈਟ ਹੋਣ ਦੇ ਜੁਰਮ 'ਚ ਫੜ ਕੇ ਪੁਲਿਸ ਨੇ ਗ੍ਰਿਫਤਾਰ ਕਰਕੇ ਤਸੀਹੇ ਦੇ ਕੇ ਸ਼ਹੀਦ ਕਰਤਾ। ਅੱਛਾ, ਇਹ ਗੱਲ ਬੜੀ ਆਪਣੇ ਧਿਆਨ ਮੰਗਦੀ ਹੈ ਕਿ 82 ਸਾਲ ਦੇ ਇੱਕ ਆਜ਼ਾਦੀ ਘੁਲਾਟੀਏ ਤੋਂ ਸਰਕਾਰ ਨੂੰ ਖਤਰਾ ਮੰਨਣ ਲੱਗ ਗਈ। ਖਤਰਾ ਉਸ ਵਿਚਾਰ ਤੋਂ ਸੀਗਾ ਤੇ ਮੈਂ ਜਾਣਨਾ ਚਾਹੂੰਗਾ ਕਿ ਉਦੋਂ ਤਾਂ ਫੋਨ ਜਾਂ ਸੋਸ਼ਲ ਮੀਡੀਆ ਜਾਂ ਹੋਰ ਸਾਰਾ ਕੁਝ ਨਹੀਂ ਸੀ, ਪੇਪਰ ਹੁੰਦੇ ਸੀ, ਮੈਗਜ਼ੀਨ ਹੁੰਦੇ ਸੀ ਜਾਂ ਹਨਾ, ਤਾਂ ਇੰਨੀ ਦੂਰੋਂ ਇੱਥੋਂ ਤੱਕ ਉਹ ਵਿਚਾਰ ਕਿਵੇਂ ਪਹੁੰਚੇ ਕਿ ਪੰਜਾਬ ਦੇ ਨੌਜਵਾਨ ਜਾਂ ਹੋਰ ਦੇਸ਼ ਦੇ ਨੌਜਵਾਨ ਇਸ ਲਹਿਰ ਵੱਲ ਨੂੰ ਤੁਰੇ, ਵੀ ਉਹ ਵਿਚਾਰ ਕਿਵੇਂ ਪਹੁੰਚਿਆ ਇੱਥੇ? ਉਹ ਪੰਜਾਬ 'ਚ ਸ਼ੁਰੂਆਤ ਐਵੇਂ ਹੋਈ ਕਿ ਜਿਹੜੇ ਬਾਬਾ ਗੁਰਮੁਖ ਸਿੰਘ ਲਾਲਤੋਂ ਸੀ ਪੁਰਾਣੇ ਗਾਦਰੀ, ਉਹ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਪ੍ਰਧਾਨ ਸੀ। ਉਹ ਇੱਕ ਪਰਚਾ ਕੱਢਦੇ ਹੁੰਦੇ ਸੀ, ਇੱਕ ਦਾ ਨਾਂ ਸੀ ਦੇਸ਼ ਭਗਤ ਜਾਦਾ, ਇੱਕ ਪੀਪਲਜ਼ ਪਾਥ। ਉਹ ਜਿਹੜੀਆਂ ਰਿਪੋਰਟਾਂ ਬੰਗਾਲ ਦੀਆਂ ਸੀ ਨਕਸਲਾਈਟ ਮੂਵਮੈਂਟ ਦੇ ਮਤਲਬ ਉੱਠਣ ਦੀਆਂ ਤੇ ਸਰਗਰਮੀਆਂ ਦੀਆਂ, ਉਹ ਆਪਣੇ ਇਹਨਾਂ ਰਸਾਲਿਆਂ 'ਚ ਛਾਪਦੇ ਹੁੰਦੇ ਸੀ। ਤੇ ਇਹ ਜਿਨ੍ਹਾਂ 'ਚ ਕਾਮੜ ਹਾਕਮ ਸਿੰਘ ਵੀ ਸੀ, ਜਿਨ੍ਹਾਂ 'ਚ ਗੰਧਰਵ ਸੈਨ ਵੀ ਸੀ, ਉੱਥੇ ਵੱਡੀ ਉਮਰ ਦੇ ਸੀ, ਉਹ ਵੀ ਕਾਮਰੇਡ। ਇਹ ਸਾਰਿਆਂ ਨੂੰ ਜਿਹੜੀ ਮਤਲਬ ਬਾਬਾ ਗੁਰਮੁਖ ਸਿੰਘ ਲਾਲਤੋਂ ਨੇ ਕਿਹਾ ਕਿ ਜੇ ਇਨਕਲਾਬ ਕਰਨਾ ਹੈ ਤਾਂ ਦਫ਼ਤਰਾਂ 'ਚ ਨਾ ਬੈਠੋ। ਇਨਕਲਾਬ ਸ਼ੁਰੂ ਹੋ ਚੁੱਕਿਆ ਬੰਗਾਲ ਦੇ ਵਿੱਚ, ਉਸ ਮਾਡਲ ਨੂੰ ਸਮਝੋ, ਉਸ ਲਹਿਰ ਨੂੰ ਸਮਝੋ ਤੇ ਉਹਦੀ ਤਰਜ਼ ਤੇ ਇੱਥੇ ਕਿਸਾਨੀ ਘੋਲ ਜਥੇਬੰਦ ਕਰੋ। ਇਹਦੀ ਜਿਹੜੀ ਚੇਟਕ ਲਾਉਣ ਵਾਲੇ ਬਾਬਾ ਗੁਰਮੁਖ ਸਿੰਘ ਲਾਲਤੋਂ ਆ। ਤੇ ਫਿਰ ਇਹ ਨੌਜਵਾਨਾਂ ਨੇ ਹੌਲੀ ਹੌਲੀ ਇਹ ਕਹਿ ਲਓ ਇਹਨੂੰ ਸਮਝਿਆ, ਇਹਨੂੰ ਪ੍ਰਚਾਰਿਆ, ਇਹਦੇ ਬਾਰੇ ਇਸ਼ਤਿਹਾਰ ਕੱਢੇ। ਤੇ ਫਿਰ ਜਦੋਂ CPM ਹੌਲੀ ਹੌਲੀ ਤਾਲਮੇਲ ਤੋਂ ਬਾਅਦ ਉਹਨਾਂ ਨੇ ਛੱਡੀ ਤੇ ਫਿਰ ਇਸ ਤਰਜ਼ ਦੇ ਉੱਤੇ ਉਹਨਾਂ ਨੇ ਸੰਗਠਨ ਖੜਾ ਕਰਨਾ CPIML ਦਾ ਸ਼ੁਰੂ ਕੀਤਾ। ਲਹਿਰ ਉੱਠਦੀ ਹੈ ਜੀ, ਸਰਕਾਰ ਦਾ ਦਮਨ ਹੁੰਦਾ, ਫਿਰ ਲਹਿਰ ਕਿਸ ਪਾਸੇ ਵੱਲ ਨੂੰ ਜਾਂਦੀ ਹੈ ਕਿ ਉਸ ਤੋਂ ਬਾਅਦ ਜਿਹੜਾ ਇਹਦਾ ਆਪਾਂ ਕਹਿ ਸਕਦੇ ਹਾਂ ਕਿ ਡਾਊਨਫਾਲ ਆਉਂਦਾ?
ਹਾਂ, ਉਹ ਡਾਊਨਫਾਲ ਵੀ ਇਹ ਸੀ ਵੀ ਲਹਿਰ ਚ ਕਿੰਨੇ ਕੁ ਸਾਲ ਤੱਕ ਚੱਲੀ ਉਹ ਜ਼ਰੂਰ ਦੱਸੋ। ਲਹਿਰ ਚ ਜਾਣੀ ਮਤਲਬ ਪੰਜਾਬ ਚ ਵੀ 68 ਤੋਂ ਸ਼ੁਰੂ ਹੋ ਜਾਂਦੀ ਆ ਮੁੱਢਲੇ ਰੂਪ ਚ, ਸਾਲ ਕੁ ਬਾਅਦ ਬੰਗਾਲ ਤੋਂ, ਤੇ ਉਹ 72 ਕੁ ਤੱਕ ਉਸੇ ਜਾਣੀ ਮਤਲਬ ਮੰਨ ਲਓ ਲਾਈਨ ਤੇ ਚੱਲਦੀ ਹੈ। ਪਰ ਉਸ ਲਾਈਨ ਦੇ ਵਿੱਚ ਕੁਛ ਇਹ ਸੀ ਕਿ ਉਹਦੇ ਚ ਕੁਛ ਜਿਹਨੂੰ ਆਪਾਂ ਕਹਿੰਦੇ ਆ ਖੱਬਾ ਕਰਾਹਾ ਇਸ ਕਿਸਮ ਦਾ ਆਇਆ ਕਿ ਜਨਤਕ ਜਥੇਬੰਦੀਆਂ ਦੀ ਲੋੜ ਨਹੀਂ, ਸਾਰੇ ਦੇ ਸਾਰੇ ਇਨਕਲਾਬ ਹਮਲੇ ਤੇ ਹੈ, ਆਪਾਂ 1975 ਤੱਕ ਇਨਕਲਾਬ ਕਰਨਾ ਹੈ, ਇਸ ਕਰਕੇ ਬਾਕੀ ਸਾਰੇ ਜਾਣੀ ਮਤਲਬ ਕੰਮ ਤੇ ਸੰਗਠਨ ਛੱਡੋ, ਹਥਿਆਰਬੰਦ ਸੰਘਰਸ਼ 'ਚ ਕੁੱਦ ਜਾਓ। ਜਿਹਦਾ ਨਤੀਜਾ ਸੀ ਵੀ ਪੰਜਾਬ ਸਟੂਡੈਂਟ ਯੂਨੀਅਨ ਵਰਗੀਆਂ ਜਥੇਬੰਦੀਆਂ ਦੀਆਂ ਪੂਰੀ ਆਗੂ ਟੀਮ ਨਕਸਲਾਈਟ ਮੂਵਮੈਂਟ 'ਚ ਕੁੱਦ ਗਈ। ਮੁਲਾਜ਼ਮਾਂ 'ਚ ਕੰਮ ਕਰਦੇ ਸਾਥੀ, ਕਿਸਾਨਾਂ 'ਚ ਕੰਮ ਕਰਦੇ ਸਾਥੀ, ਅਮਰ ਸਿੰਘ ਅਚਰਾਲ ਵਰਗੇ ਉਹ ਸਾਰੇ ਉਧਰ ਕੁੱਦ ਗਏ। ਇਹ ਸੁਸਾਈਡਲ ਸਾਬਤ ਹੋਇਆ ਕਿਤੇ ਨਾ ਕਿਤੇ। ਇਹਦੇ ਨਾਲ ਇਹ ਹੋਇਆ ਵੀ ਬੇਸ਼ੱਕ ਇਹਨੇ ਇੱਕ ਨਵਾਂ ਜਾਣੀ ਮਿਆਰ ਰਾਜਨੀਤਿਕ ਕੁਰਬਾਨੀ ਦਾ ਤੇ ਵਿਚਾਰਾਂ ਦਾ ਕਾਇਮ ਕੀਤਾ, ਪਰ ਜਿੰਨਾ ਤਿੱਖਾ ਸਰਕਾਰ ਦਾ ਜ਼ਬਰ ਸੀ ਉਸ ਲਿਹਾਜ਼ ਨਾਲ ਲਹਿਰ ਦਾ ਬਿੱਤ ਛੋਟਾ ਸੀ, ਜਿਹਦੇ ਕਰਕੇ ਉਸ ਜ਼ਬਰ ਦਾ ਟਾਕਰਾ ਉਸ ਕਿਸਮ ਦਾ ਲਹਿਰ ਨਾ ਕਰ ਸਕੀ। ਤਾਂ ਫਿਰ 71 ਦਾ ਅਖੀਰ ਆਉਂਦੇ ਆਉਂਦੇ ਜਾਂ 72 ਆਉਂਦੇ ਆਉਂਦੇ ਲੀਡਰਸ਼ਿਪ ਨੂੰ ਇਹ ਸੋਚਣਾ ਪਿਆ ਕਿ ਸਾਨੂੰ ਆਪਣਾ ਸਮਾਜਿਕ ਆਧਾਰ ਕਾਇਮ ਕਰਨ ਦੇ ਲਈ ਲੋਕਾਂ 'ਚ ਦੁਬਾਰੇ ਫਿਰ ਜਨਤਕ ਜਥੇਬੰਦੀਆਂ ਦੇ ਵੱਲ ਪਰਤਣਾ ਪਊਗਾ, ਜਥੇਬੰਦੀਆਂ ਬਣਾਉਣੀਆਂ ਪੈਣਗੀਆਂ। ਉਸੇ ਦੌਰ 'ਚ ਫਿਰ ਦੁਬਾਰੇ ਪੰਜਾਬ ਸਟੂਡੈਂਟ ਯੂਨੀਅਨ ਨੂੰ ਖੜਾ ਕਰਨਾ ਸ਼ੁਰੂ ਕੀਤਾ, ਨੌਜਵਾਨ ਭਾਰਤ ਸਭਾ ਖੜੀ ਕਰਨੀ ਸ਼ੁਰੂ ਕੀਤੀ, ਕਿਸਾਨਾਂ ਦੀਆਂ ਜਥੇਬੰਦੀਆਂ। ਤਾਂ ਫਿਰ ਜਿਹੜੀ ਲਹਿਰ ਨੇ ਪਹਿਲੇ ਧੱਕੇ ਤੋਂ ਬਾਅਦ ਦੁਬਾਰੇ ਜਨਤਕ ਰੁਖ ਅਖਤਿਆਰ ਕੀਤਾ, ਤੇ ਜਨਤਕ ਰੁਖ ਅਖਤਿਆਰ ਕਰਕੇ ਹੌਲੀ ਹੌਲੀ ਲਹਿਰ ਫੇਰ ਪੈਰਾਂ ਸਿਰ ਹੋਈ। ਅੱਜ ਵੀ ਚਾਹੇ ਸਰਕਾਰ ਬਹੁਤ ਵਾਰ ਦਾਅਵੇ ਕਰਦੀ ਰਹੀ ਕਿ ਨਕਸਲਵਾੜੀ ਲਹਿਰ ਪੂਰਨ ਤੌਰ ਤੇ ਖਤਮ ਕਰ ਦਿੱਤੀ ਗਈ ਹੈ, CPIML ਖਤਮ ਕਰ ਦਿੱਤੀ ਗਈ ਹੈ, ਪਰ ਉਹ ਚੈਲੰਜ ਸਰਕਾਰ ਸਾਹਮਣੇ ਅੱਜ ਵੀ ਮੌਜੂਦ ਹੈ। CPIML ਅੱਜ ਵੀ ਮੌਜੂਦ ਹੈ, ਉਹ ਲੜਾਈ ਇਨਕਲਾਬੀ ਲੜਾਈ ਅੱਜ ਵੀ ਮੌਜੂਦ ਹੈ। ਇਸ ਕਰਕੇ ਲਹਿਰ ਨੇ ਮਤਲਬ ਮੰਨ ਲਓ ਆਪਦੇ ਦਾਅਵੇ 'ਚ ਬਦਲੇ ਪਰ ਆਪਦੀ ਲੜਾਈ ਜਾਰੀ ਰੱਖੀ। ਅੱਛਾ, ਅੱਜ ਦੇ ਸਮੇਂ ਦੀ ਆਪਾਂ ਗੱਲ ਕਰ ਲਈਏ, ਆਪਾਂ ਆਪਣੇ ਇਤਿਹਾਸ ਤੋਂ ਸਿੱਖਦੇ ਹਾਂ, ਹਾਲਾਂਕਿ ਉਹ ਹੂਬਹੂ ਤਾਂ ਉਵੇਂ ਨਹੀਂ ਦੁਹਰਾਇਆ ਜਾ ਸਕਦਾ, ਪਰ ਅੱਜ ਦੇ ਦੌਰ ਦੇ ਵਿੱਚ ਜਦੋਂ ਦੇਸ਼ ਦੇ ਵਿੱਚ ਇਸ ਤਰੀਕੇ ਦੀਆਂ ਤਾਕਤਾਂ ਦਾ ਬੋਲਬਾਲਾ ਕਿ ਘੱਟ ਗਿਣਤੀਆਂ ਨੂੰ ਬੋਲਣ ਹੀ ਨਹੀਂ ਦੇਣਾ, ਜਾਣੀ ਕਿ ਨਾ ਤਾਂ ਉਹਨਾਂ ਨੂੰ ਰਹਿਣ ਦੇਣਾ, ਨਾ ਹੀ ਉਹਨਾਂ ਦੀ ਕੋਈ ਇਤਿਹਾਸਕ ਇਮਾਰਤ ਨੂੰ ਰਹਿਣ ਦੇਣਾ, ਕੋਈ ਇੱਟ ਵੀ ਨਹੀਂ ਛੱਡਣਾ ਚਾਹੁੰਦੇ ਹੋ, ਤਾਂ ਅੱਜ ਦੇ ਸਮੇਂ ਦੇ ਵਿੱਚ ਇਸ ਲਹਿਰ ਦੀ ਆਪਾਂ ਉਸ ਤੋਂ ਕਿਵੇਂ ਸਿੱਖਿਆ ਲੈ ਸਕਦੇ ਹਾਂ? ਅੱਜ ਦੇ ਸਮੇਂ 'ਚ ਇਸ ਲਹਿਰ 'ਚੋਂ ਸਿੱਖਿਆ ਬਿਲਕੁਲ ਲਈ ਜਾਣੀ ਚਾਹੀਦੀ ਹੈ, ਕਿਉਂਕਿ ਉਸ ਲਹਿਰ ਨੇ ਨਿਰਸਵਾਰਥ ਰਾਜਨੀਤੀ ਦੇ ਤੇ ਲੋਕਾਂ ਦੇ ਹਿੱਤਾਂ ਲਈ ਜਾਨ ਤੱਕ ਕੁਰਬਾਨ ਕਰ ਦੇਣ ਦਾ ਜਾਣੀ ਇੱਕ ਜਨਤਾ ਸਾਹਮਣੇ ਬਹੁਤ ਕਹਿ ਲਓ ਕੀਮਤੀ ਨਮੂਨਾ ਇੱਕ ਆਪਦੇ ਲਹੂ ਤੇ ਜਾਨਾਂ ਦੀ ਕੀਮਤ ਤੇ ਪੇਸ਼ ਕੀਤਾ। ਅਸੀਂ ਦੇਖਦੇ ਹਾਂ ਭਗਤ ਸਿੰਘ ਨੇ ਵੀ ਕਿਹਾ ਸੀ ਵੀ ਜਦੋਂ ਕੋਈ ਦੇਰ ਤੱਕ ਇਨਕਲਾਬੀ ਲਹਿਰ ਨਾ ਉੱਠੇ ਤਾਂ ਸਮਾਜ ਦੇ ਵਿੱਚ ਇੱਕ ਖੜੋਤ ਘਰ ਕਰ ਜਾਂਦੀ ਹੈ, ਲੋਕ ਨਿੱਕੇ ਨਿੱਕੇ ਸਵਾਰਥਾਂ ਤੱਕ ਸੀਮਿਤ ਹੋ ਜਾਂਦੇ ਨੇ। ਉਦੋਂ ਲੋਕਾਂ ਦੀ ਚੇਤਨਾ ਨੂੰ ਹਲੂਣਾ ਦੇਣ ਲਈ ਜਾਣੀ ਮਤਲਬ ਮੰਨ ਲਓ ਵੱਡੀਆਂ ਇਨਕਲਾਬੀ ਕਦਮਾਂ ਦੀ ਲੋੜ ਪੈਂਦੀ ਹੈ। ਸੋ ਅੱਜ ਵੀ ਉਹੀ ਹਾਲਤ ਹੈ ਕਿ ਜਨਤਾ 'ਚ ਇੱਕ ਕਿਸਮ ਦਾ ਟੈਰਰ ਕ੍ਰੀਏਟ ਕੀਤਾ ਜਾਂਦਾ, ਡਰ ਕ੍ਰੀਏਟ ਕੀਤਾ ਜਾਂਦਾ, ਜਾਂ ਲੋਕ ਛੋਟੇ ਸਵਾਰਥਾਂ ਤੱਕ, ਥੋੜੀ ਜਿਹੀ ਮਹਿੰਗਾਈ ਘਟ ਜੇ, ਥੋੜਾ ਜਿਹਾ ਕੰਮ ਮਿਲ ਜੇ, ਥੋੜਾ ਜਿਹਾ ਇੱਥੋਂ ਤੱਕ ਲੋਕਾਂ ਨੂੰ ਜਾਣੀ ਲੋਕਾਂ ਦੀ ਸੋਚ ਨੂੰ ਛੋਟਾ ਕਰ ਦਿੱਤਾ ਗਿਆ। ਉਹ ਲਹਿਰ ਤੋਂ ਅਸੀਂ ਸਿੱਖਿਆ ਲੈਂਦੇ ਹਾਂ ਕਿ ਸਾਡੇ ਸੁਪਨੇ ਹਮੇਸ਼ਾ ਵੱਡੇ ਹੋਣੇ ਚਾਹੀਦੇ ਨੇ। ਅਸੀਂ ਕੋਈ ਰੁਪਏ 2 ਰੁਪਈਆਂ ਦੀ ਲੜਾਈ ਲਈ ਲੋਕਾਂ ਨੂੰ ਆਮ ਤੌਰ ਤੇ ਜਾਨ ਦਿੰਦਾ ਨਹੀਂ ਦੇਖਦੇ, ਉਹ ਕਿਉਂਕਿ ਲੈ ਦੇ ਦਾ ਸੌਦਾ ਹੈ। ਜਾਨ ਦੀ ਬਾਜੀ ਲਾਈ ਜਾਂਦੀ ਹੈ ਸਮਾਜ ਨੂੰ ਬਦਲ ਦੇ ਨਾਂ ਤੇ, ਲੋਕਾਂ ਨੂੰ ਆਜ਼ਾਦ ਕਰਾਉਣ ਦੇ ਨਾਂ ਤੇ, ਦੇਸ਼ ਨੂੰ ਆਜ਼ਾਦ ਕਰਾਉਣ ਦੇ ਨਾਂ ਤੇ, ਤਬਦੀਲੀ, ਵੱਡੀ ਤਬਦੀਲੀ ਦੇ ਲਈ। ਤਾਂ ਅੱਜ ਫੇਰ ਦੇਸ਼ ਨੂੰ ਇੱਕ ਵੱਡੀ ਤਬਦੀਲੀ ਦੀ ਲੋੜ ਆ, ਜਿਹਦੇ ਲਈ ਜਾਣੀ ਜੇ ਨੌਜਵਾਨ ਇਨਕਲਾਬੀ ਲਹਿਰ ਤੋਂ ਪ੍ਰੇਰਨਾ ਲੈਂਦੇ ਨੇ ਤਾਂ ਲਾਜ਼ਮੀ ਫਿਰ ਉਹ ਚਾਹੇ ਘੱਟ ਗਿਣਤੀਆਂ ਦਾ ਸਵਾਲ ਹੈ, ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨਾ, ਮਜ਼ਦੂਰ ਜਮਾਤ ਦੇ ਹਿੱਤਾਂ ਦੀ ਰਾਖੀ ਕਰਨਾ, ਕਿਸਾਨੀ ਦੇ ਹਿੱਤਾਂ ਦੀ ਰਾਖੀ ਕਰਨਾ, ਛੋਟੇ ਮਤਲਬ ਕਾਰੋਬਾਰੀਆਂ ਦੇ ਹਿੱਤਾਂ ਦੀ ਰਾਖੀ ਕਰਨਾ, ਉਹਦੇ ਲਈ ਇਹ ਜ਼ਰੂਰੀ ਹੈ ਕਿ ਇੱਕ ਵੱਡੀ ਤਬਦੀਲੀ ਹੋਵੇ ਦੇਸ਼ ਨੂੰ। ਜਿਵੇਂ ਉਦੋਂ ਜਗੀਰਦਾਰੀ ਦੇ ਖਿਲਾਫ ਟੱਕਰ ਦਿੱਤੀ ਗਈ, ਜ਼ਮੀਨੀ ਸੁਧਾਰਾਂ ਦੀ ਗੱਲ ਉਭਾਰੀ ਗਈ, ਅੱਜ ਜਿਹੜੀ ਦੇਸ਼ ਨੂੰ ਕਾਰਪੋਰੇਟ ਸਿਸਟਮ ਤੋਂ ਨਿਜਾਤ ਦਿਵਾਉਣ ਦੀ ਲੋੜ ਹੈ, ਤੇ ਕਾਰਪੋਰੇਟ ਤੇ ਉਹਦੇ ਦਲਾਲਾਂ ਤੋਂ, ਜਿਹਦੇ ਕਰਕੇ ਅੱਜ ਫੇਰ ਇੱਕ ਵੱਡੇ ਇਨਕਲਾਬੀ ਇਹ ਕਹਿ ਲਓ ਵੀ ਸੰਘਰਸ਼ ਦੀ ਜ਼ਰੂਰਤ ਹੈ ਦੇਸ਼ ਨੂੰ। ਤੇ ਉਹਦੇ ਲਈ ਨਕਸਲਵਾੜੀ ਸਭ ਤੋਂ ਨੇੜੇ ਦਾ ਇੱਕ ਮਾਡਲ ਹੈ। ਲੋਕਾਂ ਲਈ ਕਿਵੇਂ ਕੁਰਬਾਨ ਹੋਇਆ ਜਾ ਸਕਦਾ ਹੈ,
ਕਿਵੇਂ ਲੋਕਾਂ ਲਈ ਜਾਨ ਦੀ ਬਾਜੀ ਲਾਈ ਜਾ ਸਕਦੀ ਹੈ। ਲਾਜ਼ਮੀ ਤੌਰ ਤੇ ਉਹ ਤੋਂ ਸਿੱਖ ਕੇ ਅੱਜ ਵੀ ਸਾਨੂੰ ਅੱਗੇ ਵਧਣ ਦੀ ਲੋੜ ਹੈ ਇਸ ਫਾਸਿਸਟ ਸਰਕਾਰ ਦੇ ਖਿਲਾਫ, ਜਿਹੜੀ ਕਿਸੇ ਨਿੱਕੇ ਤੋਂ ਨਿੱਕੇ ਵਿਰੋਧ ਨੂੰ ਵੀ ਸਹਿਣ ਕਰਨ ਨੂੰ ਤਿਆਰ ਨਹੀਂ। ਬਹੁਤ ਬਹੁਤ ਧੰਨਵਾਦ ਜੀ। ਸੋ ਉਮੀਦ ਕਰਦੇ ਹਾਂ ਕਿ ਸਾਰੀ ਗੱਲਬਾਤ ਦੇ ਵਿੱਚ ਤੁਸੀਂ ਨਕਸਲਵਾੜੀ ਲਹਿਰ ਦੇ ਉਹਦੀ ਜਾਣ ਪਛਾਣ, ਉਹਦੇ ਪ੍ਰਭਾਵਾਂ ਤੋਂ ਜ਼ਰੂਰ ਜਾਣੂ ਹੋਏ ਹੋਵੋਗੇ। ਤੁਹਾਡੇ ਕੋਈ ਸਵਾਲ, ਕੋਈ ਸੁਝਾਅ, ਕੋਈ ਰਾਏ ਜ਼ਰੂਰ ਆਪਣੇ ਕਮੈਂਟ ਬਾਕਸ ਵਿੱਚ ਲਿਖੋ, ਅਸੀਂ ਉਹਨਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਦੇਖਦੇ ਰਹੋ ਦੁਨੀਆ।